आलू बालू बीज है, तीसर प्रिय हर दास। मिल आए दर्शन करन, श्री अर्जन के पास। वाहिगुरु जी का खालसा, वाहिगुरु जी की फतेह। तो सुल्तान कहा हो मियां, तेरी कवन बढ़ाई, जो तू देहे सो कहा स्वामी, मैं मूर्ख कहन न जाई। तेरे गुण गावा देह बुझाई, जैसे सच मैं रहूं रजाई। दसां पातशाहियां दी आत्मक जागदी जोत, हाजरा हजूर जहरा जहूर, सर्व कला भरपूर सतगुरु। धन धन श्री गुरु ग्रंथ साहिब सच्चे पातशाह दे पवित्र पावन चरणा कमलां च सुभाएमान गुरु का खास रूप। गुरु खालसा साध संगत जियो, धनता दे पात्र हो। सतगुरां दी बख्शिश होई है, गुरु साहब की कृपा मेहरामत हुई है। श्री गुरु अमरदास साहिब चैरिटेबल ट्रस्ट वालों हर साल बड़ी शरधा भावना आस्था ते सत्कार नाल जगत गुरु श्री गुरु अमरदास तीसरे पातशाह जी महाराज जी का पावन पवित्र प्रकाश पुरब दिहाड़ा मनाया जाता है। उसे संबंध विच अज दे ये गुरमत समागम विशेष समागम दीवान हाल दे विच सजाए गए हैं। धन गुरु अमरदास तीसरे पातशाह जी महाराज जी की जितनी उपमा कर लीए उतनी थोड़ी है। पट सवैया विच इत्थों तक जिक्र करदियां कहिंदे हन, गुरु अमरदास की अकथ कथा है, एक जीही कछ कही ना जाए। कितनी वड्डी कालना है गुरु अमरदास जी की कि जिस उम्र विच बजुर्गां नूं तुरना तक औखा हुंदा है, उस उम्र विच गुरु घर की शरण विच आके सतगुरां दे दरबार विच 12 साल पानी की गागर ढोण की सेवा करते ने। कमाल है। और 12 सालां की कालना तो बाद गुरु अंगद देव साहब जी महाराज जी का स्वरूप बन के गुरता गद्दी के रथ से सवार हुंदे ने। 22 साल निरंतर गुरता गद्दी के रथ से बैठ के गुरमत का प्रचार ते प्रसार करते। धन गुरु अमरदास साहब जी के सामने समाज विच बहुत सारियां बुराइयां सन, कुरीतियां सन। उन्हां अनेकां कुरीतियां विचों एक कुरीति सी सती प्रथा। मर्द मर जाए, पति मर जाए, ओदी घरवाली ओदी चिखा दे नाल सड़ के मरती सी। वो ना भी जलना चाहे तां भी जबरदस्ती ओदी चिखा विच बिठा के उहनूं नाल जलाया जांदा सी। सतगुरु जी ने उस सती प्रथा का विरोध किया और बचन किया, सतियां ये ना आखियां ने जो मड़ियां लग जलन। ये सतियां नहीं जड़ियां मड़ियां दे विच चिखा विच सड़ के मर जाण। असल विच सती तां ओह है जिहड़ी अपने पति दे विछोड़े दी चोट नाल ही मरना जाणदी हो।
ਉੱਥੇ ਗੁਰਦੇਵ ਨੇ ਜਿੱਥੇ ਸਤੀ ਪ੍ਰਥਾ ਨੂੰ ਖਤਮ ਕੀਤਾ, ਉੱਥੇ ਧਾਰਮਿਕ ਸਥਾਨਾਂ ਤੇ ਲਾਇਆ ਗਿਆ ਜਿਹੜਾ ਜਜੀਆ ਸੀ ਉਹਨਾਂ ਸਮਿਆਂ ਦੇ ਮੁਸਲਮਾਨ ਹੁਕਮਰਾਨਾਂ ਵੱਲੋਂ, ਕਿ ਹਿੰਦੂ ਧਰਮ ਦੇ ਲੋਕ ਆਪਣੇ ਅਸਥਾਨਾਂ ਦੀ ਯਾਤਰਾ ਵਾਸਤੇ ਜਜੀਆ ਤਾਰਦੇ ਸੀ। ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਜਜੀਏ ਦਾ ਵਿਰੋਧ ਕੀਤਾ, ਬਕਾਇਦਾ ਬਾਦਸ਼ਾਹ ਅਕਬਰ ਨੂੰ ਇਹ ਕਹਿ ਕੇ ਕਿ ਅਸੀਂ ਆਪ ਯਾਤਰਾ ਤੇ ਚੱਲੇ ਹਾਂ, ਸਾਡੇ ਨਾਲ ਜਿੰਨੇ ਯਾਤਰੂ ਜਾਣਗੇ ਉਹ ਕੋਈ ਟੈਕਸ ਨਹੀਂ ਦੇਵੇ। ਧਰਮ ਸਥਾਨਾਂ ਤੇ ਕਾਹਦਾ ਟੈਕਸ? ਧਰਮ ਸਥਾਨਾਂ ਤੇ ਕਾਹਦਾ ਜਜੀਆ? ਏਦਾਂ ਦੀ ਬਿਰਤੀ ਵਾਲੇ ਬੜੇ ਬੜੇ ਲੋਕ ਹੁੰਦੇ ਰਹੇ ਨੇ, ਜਿਨ੍ਹਾਂ ਨੇ ਧਰਮ ਸਥਾਨਾਂ ਦੇ ਉੱਤੇ ਜਜੀਆ ਲਾਉਣ ਦਾ ਯਤਨ ਕੀਤਾ ਤੇ ਉਹ ਲਾਇਆ ਵੀ। ਹੁਣ ਦੇ ਸਮੇਂ ਦੇ ਵਿੱਚ ਵੀ ਗੁਰੂ ਕੇ ਲੰਗਰਾਂ ਦੇ ਉੱਤੇ ਜਜੀਆ ਲਾ ਦਿੱਤਾ ਗਿਆ ਸੀ, ਲਾਇਆ ਹੀ ਕੁਝ ਸਮਾਂ ਪਹਿਲਾਂ। ਤੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਹਦਾ ਵੀ ਵਿਰੋਧ ਕੀਤਾ। ਤੀਸਰੀ ਕੁਰੀਤੀ ਸੀ ਕਿ ਇੱਕ ਵਿਧਵਾ ਔਰਤ ਦੂਸਰੀ ਸ਼ਾਦੀ ਨਹੀਂ ਸੀ ਕਰਾ ਸਕਦੀ। ਗੁਰਦੇਵ ਨੇ ਇੱਕ ਔਰਤ ਨੂੰ ਬਰਾਬਰ ਦਾ ਹੱਕ ਦਿੰਦਿਆਂ ਕਿ ਜੇ ਇੱਕ ਮਰਦ ਇਸਤਰੀ ਦੇ ਮਰਿਆਂ ਦੂਸਰੀ ਸ਼ਾਦੀ ਕਰਾ ਸਕਦਾ ਤਾਂ ਇੱਕ ਵਿਧਵਾ ਔਰਤ ਵੀ ਦੂਸਰਾ ਵਿਵਾਹ ਕਰਾ ਸਕਦੀ। ਇਸੇ ਤਰ੍ਹਾਂ ਚੌਥੀ ਕੁਰੀਤੀ ਜਿਹੜੀ ਪਰਦਾ ਪ੍ਰਥਾ ਦੀ ਸੀ ਕਿ ਔਰਤਾਂ ਆਪਣੇ ਚਿਹਰੇ ਤੇ ਘੁੰਡ ਕੱਢਦੀਆਂ ਸਨ। ਗੁਰਦੇਵ ਨੇ ਉਸ ਪਰਦਾ ਪ੍ਰਥਾ ਦਾ ਵੀ ਵਿਰੋਧ ਕੀਤਾ ਤੇ ਆਖਿਆ ਘੂੰਘਟ ਕਾਟੇ ਕੀ ਇਹ ਵਡਾਈ, 10 4 ਦਿਨ ਕਹਿ ਬਹੂ ਭਲੀ ਆਈ। ਇਹਦਾ ਕੀ ਪ੍ਰਯੋਜਨ ਹੈ, ਕੀ ਮਨੋਰਥ ਹੈ? ਕੋਈ ਮਨੋਰਥ ਨਹੀਂ। ਲੰਗਰ ਪ੍ਰਥਾ ਦੇ ਵਿੱਚ ਮਹਾਰਾਜ ਜੀ ਨੇ ਇਹ ਮਰਿਆਦਾ ਬਣਾ ਦਿੱਤੀ ਕਿ ਜਿਹਨੇ ਸਾਡੇ ਦਰਸ਼ਨ ਕਰਨ ਆਉਣਾ ਹੈ ਉਹ ਪਹਿਲਾਂ ਪੰਗਤ ਵਿੱਚ ਬਹਿ ਕੇ ਭੋਜਨ ਛਕੇ, ਭਾਵੇਂ ਬ੍ਰਾਹਮਣ ਹੈ, ਭਾਵੇਂ ਖੱਤਰੀ ਹੈ, ਭਾਵੇਂ ਸ਼ੂਦਰ ਹੈ ਤੇ ਭਾਵੇਂ ਵੈਸ਼ ਹੈ। ਜਾਤੀਵਾਦ ਦੀ ਬਿਰਤੀ ਜਿਹੜੀ ਲੋਕਾਂ ਨੂੰ ਗਰਸੀ ਬੈਠੀ ਸੀ ਉਹ ਮਹਾਰਾਜ ਜੀ ਨੇ ਖਤਮ ਕੀਤੀ। ਹਿੰਦੁਸਤਾਨ ਦੇ 22 ਸੂਬਿਆਂ ਵਿੱਚ 22 ਮੰਜੀਆਂ ਪ੍ਰਚਾਰਕਾਂ ਦੀਆਂ ਥਾਪ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ। ਐਸੇ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਇੰਨੇ ਦਿਆਲੂ ਤੇ ਕਿਰਪਾਲੂ ਨੇ, ਜਦੋਂ ਕਿਰਪਾ ਕਰਨ ਤੇ ਆਏ ਪ੍ਰੇਮੇ ਵਰਗੇ ਕੋੜੀਆਂ ਤੇ ਆਪਣੀ ਦਇਆ ਦ੍ਰਿਸ਼ਟੀ ਕਰਕੇ ਉਹਨੂੰ ਮੁਰਾਰੀ ਬਣਾ ਦਿੰਦੇ ਐ। ਪਰ ਮੁਰਾਰੀ ਬਣਾ ਕੇ ਉਹਨੂੰ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਪ੍ਰਚਾਰਕ ਨਿਯੁਕਤ ਕਰ ਦਿੰਦੇ। ਉੱਥੇ ਸਤਿਗੁਰਾਂ ਦਾ ਇੱਕ ਬਿਰਦ ਨਿਖੜ ਕੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਆਉਂਦਾ ਹੈ ਔਰ ਉਹ ਬਿਰਦ ਹੈ ਨਿਥਾਵਿਆਂ ਨੂੰ ਥਾਂ ਦੇਣ ਦਾ। ਜਿਹੜੇ ਨਿਥਾਵੇਂ ਸਨ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇ ਕੇ ਸਤਿਗੁਰਾਂ ਨੇ ਨਿਵਾਜਿਆ। ਐਸੇ ਦਇਆ ਨਿਧ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਉਹਨਾਂ ਦੇ ਨਾਂ ਤੇ ਬਣੇ ਹੋਏ ਚੈਰੀਟੇਬਲ ਵੱਲੋਂ ਮਨਾਇਆ ਜਾ ਰਿਹਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਾਨੂੰ ਬਲ ਬੁੱਧੀ ਪ੍ਰੇਰਿਤ ਪ੍ਰਦਾਨ ਕਰ। ਲੜੀਵਾਰ ਇਤਿਹਾਸ ਦੀ ਕਥਾ ਪ੍ਰਾਰੰਭ ਕਰੀਏ। ਗੁਰਸਿੱਖਾਂ ਦੀ ਭਗਤ ਮਾਲਾ ਦੀ ਕਥਾ ਚੱਲ ਰਹੀ। ਇਹ ਸਿੱਖਾਂ ਦੀ ਭਗਤ ਮਾਲਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਔਰ ਜਿਨ੍ਹਾਂ ਨੂੰ ਅਰਦਾਸ ਵਿੱਚ ਨਿਤਾ ਪ੍ਰਤੀ ਆਪਾਂ ਚੇਤੇ ਕਰਦੇ ਹਾਂ ਜਦੋਂ ਇਹ ਪੰਕਤੀ ਕਹੀ ਜਾਂਦੀ ਹੈ,
ਕਿ ਜਿਨ੍ਹਾਂ ਨੇ ਬੰਦ ਕਟਾਏ, ਉਹ ਬੰਦ ਕਟਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ 10 ਪੁੱਤਰ ਨੇ, 10 ਦੇ 10 ਸ਼ਹੀਦ ਨੇ, ਜਿਨ੍ਹਾਂ ਦੇ 12 ਭਰਾ ਸਨ ਤੇ 12 ਭਰਾਵਾਂ ਵਿੱਚੋਂ 11 ਸ਼ਹੀਦ ਨੇ, ਜਿਨ੍ਹਾਂ ਦੇ 5 ਪੋਤਰੇ ਸ਼ਹੀਦ ਨੇ। ਇੱਕੋ ਪਰਿਵਾਰ ਦੇ ਮੈਂਬਰਾਂ ਦੇ ਵਿੱਚੋਂ ਤਕਰੀਬਨ 50 ਤੋਂ ਵੱਧ ਮੈਂਬਰ ਗੁਰਮਤਿ ਦੇ ਉੱਤੋਂ ਆਪਣਾ ਆਪਾ ਕੁਰਬਾਨ ਕਰਨ ਵਾਲੇ ਸ਼ਹੀਦ ਨੇ। ਐਸੇ ਸ਼ਹੀਦਾਂ ਦੇ ਪਰਿਵਾਰ ਦੇ ਸਰਤਾਜ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤਮਾਲਾ ਨਾਮਕ ਇੱਕ ਪੁਸਤਕ ਲਿਖੀ। ਭਾਈ ਗੁਰਦਾਸ ਦੀ 11ਵੀਂ ਵਾਰ ਦਾ ਟੀਕਾ ਭਾਈ ਮਨੀ ਸਿੰਘ ਨੇ ਕੀਤਾ। ਉਸੇ ਸਿੱਖਾਂ ਦੀ ਭਗਤਮਾਲਾ ਦਾ ਜਿਹੜਾ ਵਿਸਥਾਰ ਹੈ, ਇਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਕਰ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਸਨਮੁਖ ਕੌਣ ਹੈ, ਵੇਮੁਖ ਕੌਣ ਹੈ। ਸਤਿਗੁਰੂ ਜੀ ਨੇ ਸਨਮੁਖ ਤੇ ਵੇਮੁਖ ਦੀ ਪਰਿਭਾਸ਼ਾ ਦੱਸੀ ਹੈ। ਫਿਰ ਸਿੱਖਾਂ ਨੇ ਪੁੱਛਿਆ ਗੁਰਮੁਖ ਤੇ ਮਨਮੁਖ ਬਾਰੇ। ਮਹਾਰਾਜ ਜੀ ਨੇ 3 ਪ੍ਰਕਾਰ ਦੇ ਗੁਰਮੁਖ, 3 ਹੀ ਪ੍ਰਕਾਰ ਦੇ ਮਨਮੁਖਾਂ ਦਾ ਜ਼ਿਕਰ ਕੀਤਾ। ਇੱਕ ਗੁਰਮੁਖ ਨੇ, ਦੂਜੇ ਗੁਰਮੁਖ ਤਰ ਨੇ, ਤੀਜੇ ਗੁਰਮੁਖ ਤਮ ਨੇ। ਇਸੇ ਤਰ੍ਹਾਂ 3 ਹੀ ਪ੍ਰਕਾਰ ਦੇ ਮਨਮੁਖ ਨੇ, ਇੱਕ ਇਕੱਲੇ ਮਨਮੁਖ ਨੇ, ਦੂਜੇ ਮਨਮੁਖ ਤਰ ਨੇ, ਤੀਜੇ ਮਨਮੁਖ ਤਮ ਨੇ। ਉਹਨਾਂ ਦੀ ਪਰਿਭਾਸ਼ਾ ਵਿਸਥਾਰ ਸਹਿਤ ਕੱਲ ਦੀ ਕਥਾ ਵਿੱਚ ਆਪ ਜੀ ਸਰਵਣ ਕਰ ਚੁੱਕੇ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਹੋਰ ਗੁਰਸਿੱਖਾਂ ਦੇ ਉੱਤੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ 5ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਗੱਜ ਵੱਜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਾਲੂ ਬਾਲੂ ਬਿਜੈ, ਤੀਸਰ ਪ੍ਰਿਆਰ ਦਾਸ। ਇੱਕ ਸਿੱਖ ਹੈ ਭਾਈ ਲਾਲੂ, ਦੂਜੇ ਦਾ ਨਾਂ ਹੈ ਭਾਈ ਬਾਲੂ। ਬਿਜ ਇੱਕ ਗੋਤਰ ਹੈ। ਉਸ ਗੋਤਰ ਦੇ, ਉਸ ਜਾਤੀ ਦੇ ਧਾਰਨੀ ਹਨ ਇਹ ਦੋਵੇਂ ਸਿੱਖ। ਇਹਨਾਂ ਦੇ ਨਾਲ ਤੀਸਰਾ ਪਿਆਰਾ ਸਿੱਖ ਹੈ ਭਾਈ ਹਰਦਾਸ। ਭਾਈ ਬਾਲੂ, ਭਾਈ ਲਾਲੂ ਔਰ ਭਾਈ ਹਰਿਦਾਸ ਜੀ ਮਿਲ ਆਏ ਦਰਸ਼ਨ ਕਰਨ, ਸ਼੍ਰੀ ਅਰਜਨ ਕੇ ਪਾਸ। ਇਹ ਤਿੰਨੇ ਸਿੱਖ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਏ ਹਨ, ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਜੀ ਦਾ ਪਿਆਰ ਹੈ, ਪ੍ਰੇਮ ਹੈ। ਸਤਿਗੁਰਾਂ ਦੇ ਪਰਮ ਪ੍ਰੇਮ ਦੇ ਰੰਗ ਵਿੱਚ ਭਿੱਜੇ ਹੋਏ ਇਹ ਤਿੰਨੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਨ। ਜੋ ਪਈ ਹੱਥ ਬੰਧਨ ਕਰ ਬੈਸੇ। ਹੱਥ ਬੰਨ ਕੇ ਭਾਵ ਹੱਥ ਜੋੜ ਕੇ ਇਹਨਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ ਔਰ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠ ਗਏ ਹਨ। ਅਰਜ ਬਖਾਨੀ ਤੀਨੋਂ ਐਸੇ। ਤਿੰਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਅਰਜ ਕੀਤੀ, ਬੇਨਤੀ ਕੀਤੀ। ਕਹਿਣ ਲੱਗੇ ਹਮਕੋ ਨਿਜ ਉਪਦੇਸ਼ ਸੁਣਾਵੋ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਆਪਣਾ ਪਵਿੱਤਰ ਉਪਦੇਸ਼ ਸੁਣਾਓ, ਰਹਿਮਤ ਕਰੋ, ਤਰਸ ਕਰਕੇ ਸਾਨੂੰ ਆਪਣਾ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰੋ।
ਨਿਜ ਸਿੱਖਨ ਕੇ ਸਾਥ ਮਿਲਾਵੋ। ਸਾਨੂੰ ਆਪਣਾ ਉਪਦੇਸ਼ ਦੇ ਕੇ ਆਪਣਿਆਂ ਸਿੱਖਾਂ ਨਾਲ ਮਿਲਾ ਲਓ ਮਹਾਰਾਜ। ਸਾਨੂੰ ਵੀ ਆਪਣੇ ਸਿੱਖਾਂ ਦੀ ਸੰਗਤ ਵਿੱਚ ਮਿਲਾ ਕੇ ਇੱਕ ਮਿਕ ਕਰ ਲਓ। ਸਾਨੂੰ ਮਹਾਰਾਜ ਆਪਣਾ ਸਿੱਖ ਬਣਾ ਲਓ। ਜਿਸ ਵਿਦ ਹੋਏ ਉਧਾਰ ਹਮਾਰਾ, ਇਸ ਤਰੀਕੇ ਨਾਲ ਸਾਡਾ ਉਧਾਰ ਹੋ ਸਕੇ, ਅਸੀਂ ਵੀ ਇਸ ਭਵ ਸਾਗਰ ਤੋਂ ਸੰਸਾਰ ਤੋਂ ਤਰ ਸਕੀਏ। ਕਰੋ ਆਪ ਉਪਦੇਸ਼ ਉਚਾਰਾ। ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ। ਆਪਣਾ ਮੇਰਾਮਤ ਭਰਿਆ ਉਪਦੇਸ਼ ਬਖਸ਼ਿਸ਼ ਕਰੋ। ਸੁਨ ਸ਼੍ਰੀ ਮੁਖ ਤੇ ਬਾਗ ਬਖਾਨੇ। ਇਹਨਾਂ ਸਿੱਖਾਂ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਮਾਨ ਮੋਹ ਮਤ ਸਰ ਕਰ ਹਾਨੇ। ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਮਾਣ ਮੋਹ ਔਰ ਈਰਖਾ ਇਹਨਾਂ ਨੂੰ ਆਪਣੇ ਹਿਰਦੇ ਚੋਂ ਤਿਆਗੋ। ਸਿੱਖ ਦੇ ਹਿਰਦੇ 'ਚ ਨਾ ਤਾਂ ਮਾਣ ਹੋਣਾ ਚਾਹੀਦਾ, ਨਾ ਹੀ ਕਿਸੇ ਚੀਜ਼ ਨਾਲ ਪਕੜ ਹੋਣੀ ਚਾਹੀਦੀ। ਉਹ ਨਾਮ ਹੈ ਪਕੜ ਦਾ। ਸਿੱਖ ਤਿਆਗੀ ਵੀ ਹੋਣਾ ਚਾਹੀਦਾ। ਤੀਜਾ ਮਤਸਰ ਕਹਿੰਦੇ ਨੇ ਈਰਖਾ ਨੂੰ। ਸਿੱਖ ਦੇ ਹਿਰਦੇ 'ਚ ਈਰਖਾ ਵੀ ਨਹੀਂ ਹੋਣੀ ਚਾਹੀਦੀ, ਕਿਸੇ ਤਰ੍ਹਾਂ ਦਵੈਸ਼ ਨਹੀਂ ਹੋਣੀ ਚਾਹੀਦੀ। ਮਾਣ ਮੋਹ ਔਰ ਈਰਖਾ ਇਹਨਾਂ ਨੂੰ ਆਪਣੇ ਹਿਰਦੇ 'ਚੋਂ ਖਤਮ ਕਰੋ। ਪਰ ਕਾ ਬੁਰਾ ਨ ਰਾਖੋ ਚੀਤ। ਗੁਰਦੇਵ ਕਹਿੰਦੇ, ਮੈਂ ਤੁਹਾਨੂੰ ਸੁਖੀ ਹੋਣ ਦਾ ਫਾਰਮੂਲਾ ਦੱਸ ਦਿੰਦਾ। ਸੰਸਾਰ ਦਾ ਕਿਹੜਾ ਵਿਅਕਤੀ ਹੈ ਜਿਹੜਾ ਸੁੱਖ ਨਹੀਂ ਚਾਹੁੰਦਾ? ਐਸਾ ਕੋਈ ਵਿਅਕਤੀ ਹੈ ਜਿਹੜਾ ਨਾ ਚਾਹਵੇ ਕਿ ਮੈਨੂੰ ਸੁੱਖ ਮਿਲੇ? ਮੁਕਤੀ ਕੀ ਹੈ? ਮੁਕਤੀ ਦਾ ਸਵਰੂਪ ਕੀ? ਕੋਈ ਕਹਿੰਦਾ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ, ਪਰ ਮਹਾਰਾਜ ਜੀ ਕਹਿੰਦੇ, ਬੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਮਰੇ ਬਾਅਦ ਮੁਕਤੀ ਮਹਾਰਾਜ ਜੀ ਦੇ ਵੀ ਦਿੱਤੀ, ਤੇ ਕਿਆ ਪਤਾ ਵੀ ਉਹ ਮੁਕਤੀ ਦਾ ਸਵਾਦ ਕੀ ਹੈ। ਮੁਕਤੀ ਕਹਿੰਦੇ ਕਿਸ ਨੂੰ? ਮੁਕਤੀ ਦੀ ਪਰਿਭਾਸ਼ਾ ਸ਼ਾਸਤਰਾਂ ਵਿੱਚ ਜੋ ਲਿਖੀ ਹੈ ਉਹ ਇਹ ਹੈ, ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ ਦਾ ਨਾਮ ਮੁਕਤੀ ਹੈ। ਮੈਂ ਦੁਹਰਾ ਦਿਆਂ, ਮੁਕਤੀ ਕਿਸ ਨੂੰ ਕਹਿੰਦੇ ਨੇ? ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ ਹੋਣੀ, ਇਹਨੂੰ ਮੁਕਤੀ ਕਹਿੰਦੇ ਨੇ। ਔਰ ਇਹ ਮੁਕਤੀ ਦੁਨੀਆ ਦਾ ਹਰ ਇੱਕ ਬੰਦਾ ਚਾਹੁੰਦਾ। ਕੋਈ ਨਹੀਂ ਚਾਹੁੰਦਾ ਵੀ ਮੈਨੂੰ ਇਹ ਮੁਕਤੀ ਨਾ ਮਿਲੇ। ਆਪਾਂ ਸਾਰੇ ਚਾਹੁੰਦੇ ਹਾਂ ਵੀ ਸਾਡਾ ਦੁੱਖ ਦੂਰ ਹੋਵੇ ਤੇ ਸਾਨੂੰ ਸੁੱਖ ਪ੍ਰਾਪਤ ਹੋਵੇ। ਇਸੇ ਦਾ ਨਾਮ ਹੀ ਮੁਕਤੀ। ਗੁਰਦੇਵ ਕਹਿੰਦੇ, ਜਿਹੜੀ ਐਸੀ ਮੁਕਤੀ ਹੈ ਨਾ ਸੁਖੀ ਹੋਣ ਦੀ, ਕਿ ਤੁਹਾਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਵਿਆਪੇ ਔਰ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇ, ਉਹਦੇ ਵਾਸਤੇ ਤੁਸੀਂ ਇਸ ਤਰ੍ਹਾਂ ਦੀ ਬਿਰਤੀ ਬਣਾ ਲਓ ਕਿ ਤੁਸੀਂ ਆਪਣੇ ਹਿਰਦੇ 'ਚ ਕਦੇ ਕਿਸੇ ਦੂਸਰੇ ਦਾ ਬੁਰਾ ਨਹੀਂ ਮੰਗਣਾ, ਬੁਰਾ ਨਹੀਂ ਰੱਖਣਾ। ਪਰ ਕਾ ਬੁਰਾ ਨਾ ਰੱਖੋ ਜੀ। ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਬਚਨ ਹੈ ਗੁਰਬਾਣੀ। ਪਰਾਏ ਦਾ ਬੁਰਾ ਆਪਣੇ ਹਿਰਦੇ ਵਿੱਚ ਕਦੇ ਨਹੀਂ ਚਿਤਵਣਾ। ਕਦੇ ਵੀ ਆਪਣੇ ਹਿਰਦੇ 'ਚ ਕਿਸੇ ਦੂਜੇ ਦੀ ਬੁਰਾਈ ਨਹੀਂ ਚਿਤਵਣੀ। ਗੁਰੂ ਨਾਨਕ ਦਾ ਘਰ ਵੀ ਮੰਗਦਾ ਹੀ ਇਹ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਗੁਰੂ ਨਾਨਕ ਸਾਹਿਬ ਦਾ ਘਰ ਹੀ ਐਸਾ ਘਰ ਹੈ ਜਿਹੜਾ ਆਪਣੇ ਨਾਲ ਬੁਰਾ ਕਰਨ ਵਾਲਿਆਂ ਦਾ ਵੀ ਭਲਾ ਮੰਗਦਾ ਹੈ। ਜਿਹੜਾ ਕਹਿੰਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਬੁਰੇ ਦਾ ਵੀ ਭਲਾ ਕਰਨ ਦੀ ਬਿਰਤੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿਧਾਂਤ ਦੇ ਅਨੁਕੂਲ ਹੈ। ਮਹਾਰਾਜ ਜੀ ਕਹਿੰਦੇ, ਆਪਣੇ ਹਿਰਦੇ 'ਚ ਕਦੇ ਕਿਸੇ ਦਾ ਬੁਰਾ ਨਹੀਂ ਚਿਤਵਣਾ। ਹਿਰਦੇ 'ਚ ਕਦੇ ਕਿਸੇ ਦਾ ਬੁਰਾ ਨਹੀਂ ਮੰਗਣਾ।
ਖਾਲਸੇ ਨੇ ਤੇ ਉਦੋਂ ਕਦੇ ਕਿਸੇ ਦਾ ਬੁਰਾ ਨਹੀਂ ਮੰਗਿਆ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸੀ। 10 ਰੁਪਈਏ ਤੋਂ ਲੈ ਕੇ 80 ਰੁਪਈਏ ਤੱਕ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਸਨ। ਪਰ ਪੱਤਾ ਪੱਤਾ ਖਾਲਸੇ ਦਾ ਦੁਸ਼ਮਣ ਬਣਿਆ ਹੋਇਆ, ਵੈਰੀ ਬਣਿਆ ਹੋਇਆ, ਚਰਖੜੀਆਂ ਤੇ ਚਾੜਿਆ ਜਾ ਰਿਹਾ ਸੀ, ਬੰਦ ਬੰਦ ਕੱਟਿਆ ਜਾ ਰਿਹਾ ਸੀ। ਖਾਲਸਾ ਜੰਗਲਾਂ ਦੀਆਂ ਝੱਲਾਂ ਵਿੱਚ ਰਹਿ ਕੇ ਅੱਤ ਤੇ ਤਸ਼ੱਦਦ ਝੱਲ ਰਿਹਾ ਸੀ। ਉਦੋਂ ਵੀ ਖਾਲਸੇ ਦੀ ਜਦੋਂ ਅਰਦਾਸ ਹੁੰਦੀ ਸੀ ਤੇ ਅਰਦਾਸ ਵਿੱਚ ਕਦੇ ਨਹੀਂ ਸੀ ਕਹਿੰਦੇ ਨਾ ਤੁਰਕਾਂ ਦਾ, ਮਲੇਛਾਂ ਦਾ ਸਤਿਆਨਾਸ਼ ਹੋ ਜਾਏ, ਇਹਨਾਂ ਦਾ ਬੇੜਾ ਗਰਕ ਜੇ ਨਹੀਂ ਸਨ ਕਹਿੰਦੇ। ਉਦੋਂ ਵੀ ਇਹੀ ਕਹਿੰਦੇ ਸਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਦੋਂ ਵੀ ਇਹੀ ਬਿਰਤੀ, ਉਦੋਂ ਵੀ ਸਤਿਗੁਰਾਂ ਦੇ ਘਰ ਦੇ ਵਿੱਚੋਂ ਸਾਰਿਆਂ ਦੇ ਭਲੇ ਦੀ ਅਰਦਾਸ ਹੁੰਦੀ। ਮਹਾਰਾਜ ਜੀ ਕਹਿੰਦੇ, ਸਿੱਖੋ ਆਪਣੇ ਹਿਰਦੇ ਵਿੱਚ ਕਦੇ ਕਿਸੇ ਦੂਸਰੇ ਦਾ ਬੁਰਾ ਨਹੀਂ ਚਿਤਵਣਾ। ਤੁਮ ਕੋ ਦੁੱਖ ਨਾ ਹੋਏ ਕਿਸ ਰੀਤ। ਜਦੋਂ ਤੁਸੀਂ ਕਿਸੇ ਦੂਜੇ ਦਾ ਬੁਰਾ ਨਾ ਚਿਤਵੋਗੇ, ਤੁਹਾਨੂੰ ਫਿਰ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਵਿਆਪੇਗਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਦੀ। ਫਿਰ ਤੈਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪੇਗਾ, ਕਿਉਂਕਿ ਹਮੇਸ਼ਾ ਅਸੀਂ ਜੋ ਕਿਸੇ ਨੂੰ ਦਿੰਦੇ ਹਾਂ ਬਦਲੇ ਵਿੱਚ ਉਹੀ ਸਾਨੂੰ ਮਿਲਦਾ ਹੈ। ਜੋ ਅਸੀਂ ਦੇ ਰਹੇ ਹਾਂ ਨਾ ਕਿਸੇ ਨੂੰ, ਬਦਲੇ 'ਚ ਉਹੀ ਕੁਝ ਮਿਲਦਾ। ਇਹ ਗੱਲ ਯਾਦ ਰੱਖਿਓ, ਬੜਾ ਵਧੀਆ ਸੂਤਰ ਹੈ। ਜੇ ਕਿਸੇ ਨੂੰ ਗਾਲਾਂ ਦਿੱਤੀਆਂ ਨੇ ਨਾ ਤੇ ਬਦਲੇ 'ਚ ਅਗਲੇ ਨੇ ਫੁੱਲਾਂ ਦੀ ਵਰਖਾ ਨਹੀਂ ਕਰਨੀ, ਬਦਲੇ ਵਿੱਚ ਗਾਲਾਂ ਹੀ ਆਉਣੀਆਂ। ਜੇ ਕਿਸੇ ਨੂੰ ਪੱਥਰ ਮਾਰੇ ਨੇ ਤੇ ਬਦਲੇ ਵਿੱਚ ਪੱਥਰ ਹੀ ਆਉਣੇ ਨੇ ਖਾਣ ਵਾਸਤੇ। ਇਹ ਨਹੀਂ ਕਿ ਤੁਸੀਂ ਪੱਥਰ ਮਾਰੋ ਤੇ ਬਦਲੇ 'ਚੋਂ ਤੁਹਾਨੂੰ ਫੁੱਲਾਂ ਦੀ ਵਰਖਾ ਕਰਕੇ ਆਖਣ ਵੀ ਧੰਨਵਾਦ। ਜੋ ਦਿਓਗੇ ਉਲਟ ਕੇ ਉਹੀ ਕੁਝ ਤੁਹਾਡੇ ਕੋਲ ਆਵੇਗਾ। ਬਸ ਇਹ ਯਾਦ ਰੱਖਣਾ। ਜੇ ਹੁਣ ਦੂਜਿਆਂ ਵਾਸਤੇ ਆਪਣੇ ਹਿਰਦੇ 'ਚ ਬੁਰਾ ਰੱਖਿਆ ਹੈ ਤੇ ਫਿਰ ਬਦਲੇ ਵਿੱਚ ਉਲਟ ਕੇ ਉਹੀ ਸਾਡੇ ਕੋਲ ਆਉਣਾ, ਸਾਡਾ ਵੀ ਬੁਰਾ ਹੀ ਹੋਣਾ, ਫਿਰ ਭਲਾ ਨਹੀਂ ਹੋ ਸਕਦਾ। ਤੇ ਜੇ ਤੁਸੀਂ ਆਪਣੇ ਹਿਰਦੇ 'ਚ ਕਿਸੇ ਦਾ ਭਲਾ ਚਿਤਵਿਆ, ਭਲਾ ਸੋਚਿਆ ਤੇ ਭਲਾ ਹੀ ਕਰ ਰਹੇ ਹੋ, ਤੇ ਬਦਲੇ ਵਿੱਚ ਤੁਹਾਡਾ ਵੀ ਭਲਾ ਹੀ ਹੋਣਾ, ਕੋਈ ਬੁਰਾ ਨਹੀਂ ਕਰ ਸਕਦਾ। ਜੈਸੀ ਬਿਰਤੀ ਲੈ ਕੇ ਕਿਸੇ ਵੱਲ ਤੁਸੀਂ ਪ੍ਰਹਾਰ ਕਰੋਗੇ, ਉਦਾਂ ਦਾ ਹੀ ਵਾਰ ਅੱਗੋਂ ਤੁਹਾਡੇ ਤੇ ਆਉਣਾ। ਇਹ ਜਾਣਨਾ, ਇਹ ਬੜਾ ਵਧੀਆ ਸੂਤਰ ਹੈ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੈ ਕਿ ਭਾਈ ਆਪਣੇ ਹਿਰਦੇ ਵਿੱਚ ਕਦੇ ਦੂਸਰੇ ਦਾ ਬੁਰਾ ਨਹੀਂ ਚਿਤਵਣਾ। ਜਦੋਂ ਤੁਸੀਂ ਕਿਸੇ ਦੂਜੇ ਦਾ ਬੁਰਾ ਹੀ ਨਾ ਚਿਤਵੋਗੇ, ਫਿਰ ਤੁਹਾਨੂੰ ਵੀ ਕਦੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪੇਗਾ। ਮਿਲੋ ਬਿਕਸ ਗੁਰ ਸਿੱਖਨ ਸਾਥ। ਔਰ ਜਦੋਂ ਗੁਰਸਿੱਖਾਂ ਨੂੰ ਮਿਲਣਾ, ਖਿੜ ਕੇ ਮਿਲਣਾ, ਖਿੜ ਕੇ। ਕਿਸੇ ਵੀ ਗੁਰਸਿੱਖ ਨੂੰ ਮਿਲਣਾ ਨਾ, ਮੱਥੇ ਤੇ ਤਿਰਵੜੀ ਨਹੀਂ ਹੋਣੀ ਚਾਹੀਦੀ ਵੀ ਕਿੱਥੇ ਮੱਥੇ ਲੱਗ ਗਿਆ। ਖਿੜੇ ਮੱਥੇ ਮਿਲਣਾ, ਖੁਸ਼ ਹੋ ਜੋ ਦੀਸਾ ਗੁਰਸਿੱਖੜਾ ਤੇ ਨਿਭ ਨਿਭ ਲਾਗੋਂ ਪਾਏ ਜੀਓ ਵਾਲੀ ਬਿਰਤੀ ਹੋਣੀ ਚਾਹੀਦੀ ਹੈ। ਗੁਰਸਿੱਖ ਨੂੰ ਵੇਖ ਕੇ ਖਿੜ ਜਾਏ। ਦੋਏ ਮਿਲੇ 64 ਖਿਲੇ। ਕਹਿੰਦੇ ਜਦੋਂ ਦੋ ਹੱਥ ਜੋੜ ਕੇ ਸਿੱਖ ਆਪਸ ਵਿੱਚ ਮਿਲਦਾ, 64 ਦੰਦ ਉਹ ਖਿੜ ਜਾਂਦੇ, 32 ਇਹਦੇ ਤੇ 32 ਅਗਲੇ ਦੇ। 64 ਖਿਲੇ ਖਿੜ ਜਾਵੇ ਸਿੱਖ ਜਦੋਂ ਇੱਕ ਦੂਜੇ ਨੂੰ ਮਿਲੇ। ਮੈਂ ਬੜਾ ਹੈਰਾਨ ਹੁੰਦਾ, ਅੱਜ ਸਿੱਖ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ, ਪਾਸਾ ਵਟਾ ਕੇ ਲੰਘਣ ਦਾ ਯਤਨ ਕਰਦਾ। ਪਾਸਾ ਵਟਾ ਕੇ। ਆ ਹੁਣ ਕੁਝ ਦਿਨ ਪਹਿਲਾਂ ਹੀ ਮੈਂ ਵਿਦੇਸ਼ ਤੋਂ ਆਇਆ। ਸਾਡੇ ਭਾਰਤ ਖੰਡ ਦੀ ਭੂਮੀ ਤੇ ਹਾਲੇ ਵੀ ਗੁਰੂ ਸਾਹਿਬ ਦੀ ਕਿਰਪਾ, ਆਪਸ ਵਿੱਚ ਖਿੜ ਕੇ ਇੱਕ ਦੂਜੇ ਨੂੰ ਆਪਾਂ ਮਿਲ ਲੈਂਦੇ। ਉੱਥੇ ਜੇ ਕੋਈ ਪੰਜਾਬੀ ਭਾਈ
ਬਾਹਰ ਨਿਕਲਦਿਆਂ ਤੁਸੀਂ ਸੜਕ ਤੇ ਲੰਘਦੇ ਜਾਓ, ਉਹ ਨਹੀਂ ਬੁਲਾਉਂਦੇ। ਹਾਲੇ ਕਿ ਕੋਈ ਗੋਰਾ ਲੰਘਦਾ ਹੋਵੇ ਨਾ, ਉੱਥੋਂ ਦਾ ਉਹ ਆਪਣੀ ਭਾਸ਼ਾ ਵਿੱਚ ਹਾਏ ਹੈਲੋ ਕਹਿ ਕੇ ਜ਼ਰੂਰ ਲੰਘਦਾ, ਖਿੜ ਕੇ ਮਿਲ ਕੇ ਜਾਂਦਾ। ਪਰ ਸਾਡੇ ਭਾਈਆਂ ਦੇ ਚਿਹਰਿਆਂ ਤੇ ਖੁਖੜਾਂ ਉੱਡੀਆਂ ਹੁੰਦੀਆਂ, ਮੱਥਾ ਵਟਾ ਕੇ ਪਾਸਾ ਜਾਂ ਮੂੰਹ ਜਾਂ ਵੱਟ ਕੇ ਕੋਲੋਂ ਹੀ ਲੰਘਣਗੇ। ਏਦਾਂ ਦੀ ਬਿਰਤੀ ਮੈਨੂੰ ਉੱਥੇ ਨਜ਼ਰ ਆਈ ਹੈ ਵੇਖਣ ਵਿੱਚ। ਇਹ ਘਾਟ ਸੀ ਉੱਥੇ ਦੇ ਲੋਕਾਂ ਵਿੱਚ, ਇਹ ਕਮੀ ਸੀ। ਔਰ ਜਦੋਂ ਮੈਂ ਪੁੱਛਿਆ ਵੀ ਐਸਾ ਕਿਉਂ ਹੁੰਦਾ ਇੱਥੇ, ਤੇ ਕਈ ਗੁਰਸਿੱਖਾਂ ਨੇ ਦੱਸਿਆ ਉੱਥੇ, ਕਹਿੰਦੇ ਜੀ ਇੱਥੇ ਫੁੱਲਾਂ ਵਿੱਚ ਸੁਗੰਧੀ ਨਹੀਂ ਹੁੰਦੀ। ਇੱਕ ਨੇ ਤਾਂ ਇੱਥੋਂ ਤੱਕ ਉਦਾਹਰਣ ਦੇ ਕੇ ਦੱਸਿਆ, ਕਹਿੰਦੇ ਜੀ ਉਹ ਧਰਤੀ ਹੈ ਜਿੱਥੇ ਸ਼ਰਵਣ ਨੇ ਵੀ ਆਪਣੇ ਮਾਂ ਤੇ ਪਿਓ ਦੇ ਕੋਲੋਂ ਟੈਕਸ ਮੰਗ ਲਿਆ ਸੀ, ਉਹਨਾਂ ਦੀ ਪੂੜੀ ਥੱਲੇ ਰੱਖ ਕੇ ਵੀ ਹੁਣ ਤੁਸੀਂ ਸਾਡਾ ਇਹ ਟੈਕਸ ਦਿਓ, ਮੇਰਾ ਪੈਸਾ ਦਿਓ, ਮੈਂ ਤਾਂ ਤੁਹਾਡੀ ਇੱਥੋਂ ਇਹ ਪੂੜੀ ਚੁੱਕ ਕੇ ਲੈ ਕੇ ਜਾਵਾਂ। ਕਹਿਣ ਤੋਂ ਭਾਵ ਕਿ ਗੁਰਸਿੱਖ ਨੂੰ ਮਿਲੇ ਤੇ ਖਿੜ ਜਾਏ, ਆਹਾ ਗੁਰਸਿੱਖ ਦੇ ਦਰਸ਼ਨ ਹੋ ਗਏ। ਗੁਰਸਿੱਖ ਤਾਂ ਸਵੇਰੇ ਸਵੇਰੇ ਲੋਕ ਉੱਠ ਕੇ ਨਾ, ਜੇ ਕਿਤੇ ਮਾਈਆਂ ਬੀਬੀਆਂ ਪ੍ਰਸ਼ਾਦਾ ਪਕਾਉਂਦੀਆਂ ਹੋਣ ਤੇ ਉਹ ਕਈ ਵਾਰੀ ਪੇੜਾ ਵੱਟੀ ਦਾ ਨਾ, ਤੇ ਪੇੜੇ 'ਚ ਥੋੜਾ ਜਿਹਾ ਆਟਾ ਨਿਕਲ ਕੇ ਉਹ ਪਾਸੇ ਨੂੰ ਚਲਿਆ ਜਾਂਦਾ। ਤੇ ਜਦੋਂ ਪਾਸੇ ਨੂੰ ਚਲਿਆ ਜਾਂਦਾ ਤੇ ਵੇਖ ਕੇ ਕਹਿੰਦੇ ਪਤਾ ਨਹੀਂ ਅੱਜ ਕਿਹਨੇ ਆਉਣਾ। ਆਟੇ ਦੇ ਵਿੱਚੋਂ ਥੋੜਾ ਜਿਹਾ ਟੁਕੜਾ ਜਿਹਾ, ਪਤਾ ਨਹੀਂ ਕਿਹਨੇ ਆਉਣਾ। ਪਰ ਇਹ ਸਿਆਣੀਆਂ ਸਵਾਣੀਆਂ ਮਾਈਆਂ ਬੀਬੀਆਂ ਨੇ, ਉਹਨਾਂ ਨੂੰ ਚਾਅ ਚੜ ਜਾਂਦਾ, ਲੱਗਦਾ ਅੱਜ ਕੋਈ ਆਏਗਾ, ਅੱਜ ਕੋਈ ਆਏਗਾ। ਪਰ ਜਿਹੜੀਆਂ ਮਾੜੀ ਬਿਰਤੀ ਵਾਲੀਆਂ ਨੇ, ਉਹਨਾਂ ਕਹਿਣਾ ਚੁੱਕ ਕੇ ਜਦੋਂ ਪਤਾ ਨਹੀਂ ਖਬਰੇ ਕੌਣ ਆਏਗਾ, ਅੱਜ ਪਰੇਸ਼ਾਨ ਕਰੇਗਾ। ਪਰ ਗੁਰਸਿੱਖ ਤਾਂ ਸਵੇਰੇ ਸਵੇਰੇ ਉੱਠ ਕੇ ਨਿਤਨੇਮ ਕਰਦਾ ਨਾ ਜਦੋਂ, ਤੇ ਉੱਠ ਕੇ ਅਰਦਾਸ ਕਰਦਾ, ਭਲਕੇ ਉੱਠ ਪਰਾਹੁਣਾ ਮੇਰਾ ਘਰ ਆਵੋ, ਭਲਕੇ ਉੱਠ ਪਰਾਹੁਣਾ ਮੇਰਾ ਘਰ ਆਵੋ। ਭਲਕੇ ਸਵੇਰੇ ਉੱਠ ਕੇ ਸਿੱਖ ਅਰਦਾਸ ਕਰਦਾ ਕਿ ਮੇਰੇ ਘਰ 'ਚ ਪ੍ਰਾਹੁਣੇ ਆਉਣ। ਜਿਹੜੇ ਪ੍ਰਾਹੁਣੇ ਰੱਬ ਨਾਲ ਜੋੜਨ ਵਾਲੇ, ਉਹ ਪ੍ਰਾਹੁਣੇ ਨਹੀਂ ਜਿਹੜੇ ਆਣ ਤੇ ਆ ਕੇ ਆਖਣ ਲਿਆ ਬਈ ਕੀ ਲਿਆ, ਹੁਣ ਤੁਸੀਂ ਸਮਝ ਹੀ ਜਾਣਾ, ਮੈਨੂੰ ਕਹਿਣ ਦੀ ਲੋੜ ਨਹੀਂ ਗੁਰੂ ਦਰਬਾਰ ਵਿੱਚ। ਉਹ ਪ੍ਰਾਹੁਣਿਆਂ ਦੀ ਲੋੜ ਨਹੀਂ ਸਾਨੂੰ, ਜਿਹੜੇ ਆਖਣ ਲਿਆ ਬਈ ਅੱਖਾਂ 'ਚ ਲਾਲ ਕਰੀਏ ਬਹਿ ਕੇ। ਉਹ ਗੁਰਸਿੱਖ ਹੋਣ ਜਿਹੜੇ ਆ ਕੇ ਆਖਣ ਹਾਂ ਭਾਈ ਕੋਈ ਗੁਰੂ ਘਰ ਦੀ ਬਾਤ ਸੁਣਾ, ਕੁਝ ਤੂੰ ਸੁਣਾ ਤੇ ਕੁਝ ਮੈਂ ਸੁਣਾਵਾਂ, ਤੇ ਆਪਾਂ ਬਹਿ ਕੇ ਆਪਣਾ ਸਮਾਂ ਸਫਲਾ ਕਰੀ। ਏਦਾਂ ਦੇ ਗੁਰਸਿੱਖ ਚਾਹੀਦੇ। ਉਹ ਪ੍ਰਾਹੁਣੇ ਜੀ ਸਦਕੇ ਆਉਣ ਘਰ, ਸਦਕੇ ਸਦਕੇ ਉਹਨਾਂ ਤੋਂ ਵਾਰੇ ਵਾਰੇ ਗੁਰੂ ਕਾ ਸਿੱਖ ਤਾਂ ਅਰਦਾਸਾਂ ਹੀ ਇਹ ਕਰਦਾ ਹੈ। ਭਲਕੇ ਉੱਠ ਪਰਾਹੁਣਾ, ਭਲਕੇ ਉੱਠ ਪਰਾਹੁਣਾ, ਭਲਕੇ ਉੱਠ ਪਰਾਹੁਣਾ, ਭਲਕੇ ਉੱਠ ਪਰਾਹੁਣਾ ਮੇਰਾ ਘਰ ਆਵੋ, ਮੇਰਾ ਘਰ ਆਵੋ, ਮੇਰੇ ਘਰ ਆਵੋ, ਮੇਰੇ ਘਰ ਆਵੋ। ਤੇ ਉਹ ਆਉਣ ਤੇ ਪਾਏ ਪਖਾਲਾਂ ਤਿਸ ਕੇ ਮੈਂ ਉਹਦੇ ਚਰਨ ਧੋਵਾਂ ਔਰ ਉਹਦੇ ਕੋਲੋਂ ਗੁਰੂ ਦੀਆਂ ਬਾਤਾਂ ਸੁਣਾ। ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ, ਗੁਰੂ ਕੇ ਸਿੱਖੋ ਜਦੋਂ ਆਪੋ ਵਿੱਚ ਮਿਲਣਾ, ਖੁਸ਼ੀ ਨਾਲ ਮਿਲਣਾ, ਢੇੜੇ ਵਿੱਚ ਮਿਲਣਾ, ਚਾਹੋ ਚੜ ਜੇ ਗੁਰਸਿੱਖ ਨੂੰ ਵੇਖ ਕੇ। ਬੰਦੋ ਪਾਓ ਸੰਗ ਜੁਗ ਹਾਥ, ਇਹ ਮਰਿਆਦਾ ਰਹੀ ਹੈ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਤੱਕ। ਦਸਵੇਂ ਪਾਤਸ਼ਾਹ ਨੇ ਮਰਿਆਦਾ ਚਲਾਈ ਫਤਿਹ ਬੁਲਾਉਣ ਦੀ, ਉਹਨਾਂ ਤੋਂ ਪਹਿਲਾਂ ਤੱਕ ਇਹ ਮਰਿਆਦਾ ਰਹੀ ਜੋ ਪੰਜਵੇਂ ਪਾਤਸ਼ਾਹ ਦੱਸ ਰਹੇ ਨੇ ਕਿ ਜਦੋਂ ਕੋਈ ਸਿੱਖ ਮਿਲੇ ਤੇ ਖੁਸ਼ੀ ਨਾਲ ਉਹਦੇ ਚਰਨਾਂ ਨੂੰ ਹੱਥ ਲਾ ਕੇ ਉਹਨੂੰ ਮੱਥਾ ਟੇਕਣਾ। ਇਹਨੂੰ ਪੈਰੀ ਪਵਣਾ ਕਹਿੰਦੇ ਸਨ। ਪੈਰੀ ਪਵਣ ਦੀ ਮਰਿਆਦਾ ਚੱਲਦੀ ਰਹੀ ਹੈ ਦਸਵੇਂ ਪਾਤਸ਼ਾਹ ਤਾਈਂ। ਇਹ ਤਾਂ ਦਸਵੇਂ ਪਾਤਸ਼ਾਹ ਨੇ ਫਿਰ ਮਰਿਆਦਾ ਨੂੰ ਬਦਲਿਆ ਤੇ ਆਖਿਆ ਪੈਰੀ ਪਵਣਾ ਛੋਡੋ ਮਤੇ।
ਪੈਰੀ ਪਵਨ ਦੀ ਮੱਤ ਛੱਡ ਕੇ ਹੁਣ ਤੁਸੀਂ ਫਤਿਹ ਬੁਲਾਉਣੀ ਹੈ ਜਦੋਂ ਆਪੋ ਵਿੱਚ ਮਿਲੇ। ਪਰ ਪਹਿਲਾਂ ਇਹ ਭਾਵ ਰਿਹਾ ਕਿ ਗੁਰਸਿੱਖਾਂ ਦੇ ਚਰਨਾਂ ਦੇ ਉੱਤੇ ਪੈਰੀ ਪਵਣਾ ਹੈ। ਮਿੱਠਾ ਬੋਲਨ ਅਰ ਨਿਵ ਚਲਨ। ਦੱਸੋ ਖਾਂ ਭਲਾ ਬਈ ਮਿੱਠਾ ਬੋਲਣ ਵਿੱਚ ਕੰਜੂਸੀ ਕਾਹਦੀ? ਇਹਦੇ ਚ ਕਿਹੜਾ ਸਾਡਾ ਬੈਂਕ ਬੈਲੈਂਸ ਖਤਮ ਹੁੰਦਾ ਜੇ ਕਿਸੇ ਨਾਲ ਦੋ ਸ਼ਬਦ ਮਿੱਠੇ ਬੋਲ ਲਈ? ਘਟਦਾ ਭਲਾ ਕੁਝ? ਅਗਲੇ ਦਾ ਹਿਰਦਾ ਖੁਸ਼ ਹੋ ਜਾਂਦਾ ਜਦੋਂ ਤੁਸੀਂ ਮਿੱਠੇ ਜੇ ਬੋਲ ਬੋਲ ਕੇ ਉਹਨੂੰ ਪੁੱਛ ਲਈਦੇ, ਹਾਂ ਭਾਈ ਕੀ ਹਾਲ ਹੈ ਤੇਰਾ, ਠੀਕ ਠਾਕ? ਖੁਸ਼ੀ ਨਾਲ ਕਿਸੇ ਨਾਲ ਦੋ ਬੋਲ ਮਿੱਠੇ ਬੋਲਣ ਦੇ ਨਾਲ ਕੀ ਘਟ ਜਾਂਦਾ ਭਲਾ, ਕੀ ਥੁੜ ਜਾਂਦਾ? ਮਹਾਰਾਜ ਜੀ ਕਹਿੰਦੇ ਮਿੱਠਾ ਬੋਲਣਾ, ਮਿੱਠਾ ਬੋਲਣ ਅਰਨਿਵ ਚੱਲਣਾ। ਮਿੱਠਾ ਬੋਲਣਾ ਹੈ ਕਿਉਂਕਿ ਮੇਰਾ ਸੁਆਮੀ ਹੈ ਹੀ ਮਿੱਠ ਬੋਲਣਾ। ਉਹ ਕਦੇ ਕੌੜਾ ਨਹੀਂ ਬੋਲਦਾ, ਤੇ ਨਾ ਕੌੜਾ ਬੋਲਦਾ ਤੇ ਨਾ ਹੀ ਕੌੜਾ ਬੋਲਣ ਦੀ ਜਾਚ ਦੱਸਦਾ। ਤੇ ਕੌੜੇ ਬੋਲ ਬੋਲਣ ਵਾਲਿਆਂ ਨੂੰ ਤਾਂ ਬੜੀਆਂ ਭਿਆਨਕ ਸਜ਼ਾਵਾਂ ਮਿਲਦੀਆਂ ਕਿ ਰਹਿਮਨ ਫਕੀਰ ਹੋਇਆ। ਉਹਦੀ ਇੱਕ ਕਵਿਤਾ ਹੁੰਦੀ ਸੀ 10ਵੀਂ ਵਿੱਚ ਹਿੰਦੀ ਦੀ ਕਿਤਾਬ 'ਚ ਅਸੀਂ ਪੜ੍ਹਦੇ। ਉਹ ਲਿਖਦਾ ਸੀ, ਹੀਰਾ ਮੁਖ ਸੋ ਕਾਟਿਆ ਘਸਿਆ ਨਮਕ ਲਗਾਏ। ਹੀਰਾ ਮੁਖ ਸੋ ਕਾਟਿਆ ਘਸਿਆ ਨਮਕ ਲਗਾਏ, ਰਹਿਮਨ ਕੜਵੇ ਮੁਖਨ ਕੋ ਐਸੀ ਬਿਲਾ ਸਜਾਏ। ਹੀਰਾ ਕੌੜਾ ਹੁੰਦਾ ਨਾ ਮੂੰਹ ਤੋਂ, ਕੀ ਕਰਦੇ ਆ ਸਿਆਣੇ, ਉਹਨੂੰ ਉਹਦੇ ਮੂੰਹ ਤੋਂ ਉੱਪਰਲੇ ਪਾਸੋਂ ਸਿਰੇ ਤੋਂ ਕੱਟ ਦਿੰਦੇ ਆ। ਕੱਟ ਕੇ ਫਿਰ ਉਹਨੂੰ ਘਸਦੇ ਆ। ਕੱਟਣ ਤੋਂ ਬਾਅਦ ਉਹਦੇ ਤੇ ਲੂਣ ਭੁੱਕਦੇ ਆ, ਲੂਣ ਨਾਲ ਆ ਕੇ ਫਿਰ ਘਸਦੇ ਆ। ਇੱਕ ਤਾਂ ਕੱਟਿਆ, ਫਿਰ ਦੂਜਾ ਕੱਟਣ ਤੋਂ ਬਾਅਦ ਉਹਦੇ ਤੇ ਲੂਣ ਵੀ ਛਿੜਕੇ ਹੈ। ਰਹਿਮਨ ਜੀ ਕਹਿੰਦੇ ਜਿਹੜੇ ਕੜਵੇ ਮੂੰਹ ਵਾਲੇ ਨੇ, ਕੜਵੀਆਂ ਬੋਲੀਆਂ ਬੋਲਣ ਵਾਲੇ ਨੇ, ਕੌੜਾ ਬੋਲਣ ਵਾਲੇ ਨੇ, ਉਹਨਾਂ ਦੇ ਮੂੰਹਾਂ ਨੂੰ ਵੀ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ। ਗੁਰਸਿੱਖ ਕਦੇ ਕੌੜਾ ਨਾ ਬੋਲੇ, ਮਿੱਠਾ ਬੋਲ ਬੋਲੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ। ਤੇ ਨਿਵ ਚੱਲਣਾ, ਦੂਜੀ ਬਿਰਤੀ ਨਿਵ ਕੇ ਚੱਲਣ ਦੀ ਹੈ। ਨਿਵ ਕੇ ਰਹਿਣਾ, ਹਲੀਮੀ ਨਾਲ ਰਹਿਣਾ। ਮਹਾਰਾਜ ਜੀ ਕਹਿੰਦੇ ਇਹ ਬਿਰਤੀ ਰੱਖਣੀ ਹੈ। ਵੰਡ ਖਾਵਣਾ ਹਿਤ ਧਰ ਮਿਲਣਾ। ਵੰਡ ਕੇ ਖਾਣਾ, ਵੰਡ ਖਾਣ ਦੀ ਬਿਰਤੀ। ਜੇ ਬਿਰਤੀ ਹੋਵੇ ਨਾ ਵੰਡ ਖਾਣ ਦੀ, ਇੱਕ ਨਿੱਕਾ ਜਿਹਾ ਤਿਲ ਵੀ ਤਿਲਗੰਜੀ ਸਾਹਿਬ ਦੀ ਧਰਤੀ ਤੇ ਬਹਿ ਕੇ ਸਤਿਗੁਰੂ ਜੀ ਸਾਰੇ ਸਿੱਧਾਂ ਚ ਵੰਡ ਸਕਦੇ ਆ। ਤਿਲ ਦੇ ਦਿੱਤਾ ਸਿੱਧਾਂ ਨੇ ਵੀ ਇਹ ਵੰਡੋ ਜੀ ਸਾਰਿਆਂ ਚ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਵੰਡ ਕੇ ਛਕੋ, ਆਹ ਤਿਲ ਲਓ, ਇਹ ਵੰਡੋ ਸਾਰਿਆਂ ਚ। ਹੁਣ ਤਿਲ ਕਿੰਨਾ ਕੁ ਹੁੰਦਾ, ਪਰ ਬਿਰਤੀ ਸੀ ਵੰਡਣ ਦੀ। ਮਹਾਰਾਜ ਜੀ ਕਹਿੰਦੇ ਲੈ ਮਰਦਾਨਿਆਂ ਸਲੋਤਰ ਸੁਨਹਿਰਾ, ਤੇ ਸਲੋਤਰ ਸੁਨਹਿਰਾ ਲੈ ਕੇ ਇਹਨੂੰ ਰਗੜਦੇ, ਪਾਣੀ ਪਾ ਕੇ ਤੇ ਸਾਰਿਆਂ ਚ ਵੰਡਦੇ। ਵੰਡ ਦਿੱਤਾ। ਭਾਈ ਮਰਦਾਨੇ ਨੇ ਰਗੜਾ ਲਾਇਆ, ਉਹ ਤਿਲ ਸਾਰਿਆਂ ਚ ਹੀ ਵੰਡ ਦਿੱਤਾ। ਮਹਾਰਾਜ ਜੀ ਕਹਿੰਦੇ ਸਿੱਖ ਉਹ ਹੈ ਜਿਹੜਾ ਵੰਡ ਕੇ ਛਕੇ, ਵੰਡ ਕੇ ਛਕਣ ਦੀ ਬਿਰਤੀ ਰੱਖੇ। ਹਿਤ ਧਰ ਮਿਲਣਾ, ਔਰ ਹਿੱਤ ਧਰ ਕੇ ਮਿਲਣਾ ਆਪਸ ਵਿੱਚ। ਧਰਮ ਕਿਰਤ ਤੇ ਕਰਨ ਆਹਾਰਾ। ਧਰਮ ਦੀ ਕਿਰਤ ਕਰਕੇ ਭੋਜਨ ਛਕਣਾ। ਧਰਮ ਦੀ ਕਿਰਤ, ਧਰਮ ਦੀ ਕਿਰਤ ਕਿਹੜੀ ਹੈ? ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਛਲ ਨਾ ਹੋਵੇ, ਕਪਟ ਨਾ ਹੋਵੇ, ਉਹਨੂੰ ਧਰਮ ਦੀ ਕਿਰਤ ਨਹੀਂ। ਜਿਹਦੇ ਵਿੱਚ ਛਲ ਤੇ ਕਪਟ ਹੈ ਉਹ ਕਿਰਤ ਨਹੀਂ ਹੈ, ਉਹ ਧੰਦਾ ਹੈ। ਜਿਹਦੇ ਚ ਧਰਮ ਨਹੀਂ ਹੈ ਔਰ ਛਲ ਕਰਕੇ ਕਪਟ ਕਰਕੇ ਲੋਕਾਂ ਨੂੰ ਠੱਗਦਾ ਹੈ, ਉਹ ਕਿਰਤ ਨਹੀਂ ਹੈ, ਉਹ ਧੰਦਾ ਹੈ। ਮਹਾਰਾਜ ਜੀ ਕਹਿੰਦੇ ਗੁਰਸਿੱਖ ਧਰਮ ਦੀ ਕਿਰਤ ਕਰੇ। ਪੰਚੋ ਕਰਮ ਦੇਤ ਸੁਖ ਸਾਰਾ। ਇਹ ਪੰਜ ਕਰਮ ਮਹਾਰਾਜ ਜੀ ਨੇ ਦੱਸੇ ਨੇ। ਕਿਹੜੇ ਕਿਹੜੇ? ਮਿੱਠਾ ਬੋਲਣਾ, ਦੂਜਾ ਨਿਭ ਕੇ ਚੱਲਣਾ, ਤੀਜਾ ਵੰਡ ਕੇ ਖਾਣਾ, ਚੌਥਾ ਧਰਮ ਦੀ ਕਿਰਤ ਕਰਨੀ, ਔਰ ਪੰਜਵਾਂ ਆਪਣੇ ਹਿਰਦੇ 'ਚ ਕਿਸੇ ਦੂਜੇ ਦਾ ਬੁਰਾ ਨਾ ਰੱਖਣਾ।
ਇਹ ਜਿਹੜੇ ਪੰਜ ਕਰਮ ਨੇ ਮਹਾਰਾਜ ਜੀ ਕਹਿੰਦੇ ਇਹ ਤੁਹਾਨੂੰ ਸੁੱਖ ਦੇਣ ਵਾਲੇ ਹਨ। ਇਹੋ ਜਿਹੇ ਪੰਜ ਕਰਮ ਕਰੋਗੇ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਇਹ ਸਭ ਕਰੋ ਵਿਸਾਰੋ ਨਾਹੀ। ਇਹ ਪੰਜ ਕਰਮ ਤੁਸੀਂ ਹਮੇਸ਼ਾ ਕਰਨੇ ਨੇ। ਇਹਨਾਂ ਪੰਜ ਕਰਮਾਂ ਨੂੰ ਕਦੇ ਆਪਣੇ ਹਿਰਦੇ ਚੋਂ ਨਹੀਂ ਵਿਸਾਰਨਾ। ਹੋਏ ਕਲਿਆਣ ਗ੍ਰਸਤ ਕੇ ਮਾਹੀ। ਔਰ ਗ੍ਰਸਤ ਧਰਮ ਦੇ ਵਿੱਚ ਰਹਿੰਦਿਆਂ ਹੀ ਤੁਹਾਡੀ ਕਲਿਆਣ ਹੋ ਜਾਏਗੀ। ਗ੍ਰਸਤ ਧਰਮ ਵਿੱਚ ਰਹਿੰਦਿਆਂ ਹੀ ਤੁਹਾਡੀ ਮੋਕਸ਼ ਹੋ ਜਾਏਗੀ। ਸੁਨ ਕਰ ਸਤਿਗੁਰ ਕੋ ਉਪਦੇਸ਼। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਇਹ ਪਵਿੱਤਰ ਉਪਦੇਸ਼ ਇਹਨਾਂ ਤਿੰਨਾਂ ਸਿੱਖਾਂ ਨੇ ਸੁਣਿਆ। ਕਿਹੜੇ ਤਿੰਨ ਸਿੱਖ ਸਨ? ਭਾਈ ਬਾਲੂ, ਭਾਈ ਲਾਲੂ ਤੇ ਭਾਈ ਹਰਦਾਸ। ਇਹਨਾਂ ਤਿੰਨਾਂ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਿਆ। ਕਰਿਓ ਕਮਾਵਨ ਕਟੇ ਕਲੇਸ਼। ਜੋ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਉਹ ਉਪਦੇਸ਼ ਇਹਨਾਂ ਨੇ ਕਮਾਇਆ ਔਰ ਕਮਾਉਣ ਤੋਂ ਬਾਅਦ ਉਸ ਉਪਦੇਸ਼ ਨੂੰ ਇਹਨਾਂ ਦੇ ਕਲੇਸ਼ ਕੱਟੇ ਗਏ। ਦੋਹਰਾ ਧੀਰ ਨਿਹਾਲੂ ਤੁਲਸੀਆ। ਬੂਲਾ ਚੰਡਿਆ ਆਏ। ਹੁਣ ਹੋਰ ਸਿੱਖ ਮਹਾਰਾਜ ਜੀ ਕੋਲ ਆਏ। ਭਾਈ ਵੀਰ ਨਿਹਾਲੂ ਤੁਲਸੀਆ, ਭਾਈ ਬੂਲਾ, ਭਾਈ ਚੰਡਿਆ। ਸ਼੍ਰੀ ਗੁਰ ਅਰਜਨ ਸ਼ਰਨ ਕੋ ਜਾਨੀ ਮਨ ਸੁਖ ਦਾਏ। ਇਹਨਾਂ ਨੇ ਜਾਣਿਆ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਸੁਖ ਦੇਣ ਵਾਲੀ ਹੈ। ਜੋ ਪਈ ਬੈਠ ਨਿਕਟ ਸਤ ਗੁਰ ਕੇ ਸੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਇਹ ਬੈਠੇ ਹਨ। ਕੀਰਤਨ ਹੋਤ ਸ਼ਰਵਨ ਹੋਏ ਜੋਏ। ਜੋ ਸਤਿਗੁਰਾਂ ਦੇ ਦਰਬਾਰ ਵਿੱਚ ਕੀਰਤਨ ਹੋ ਰਿਹਾ ਸੀ ਉਹ ਕੀਰਤਨ ਇਹਨਾਂ ਨੇ ਬੈਠ ਕੇ ਸੁਣਿਆ ਹੈ। ਸ਼੍ਰੀ ਨਾਨਕ ਕੀ ਉਪਮਾ ਮਹਾ। ਉਸ ਕੀਰਤਨ ਵਿੱਚ ਗੁਰੂ ਨਾਨਕ ਸਾਹਿਬ ਦੀ ਉਪਮਾ ਹੋ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਸੁਜਸ ਹੋ ਰਿਹਾ ਹੈ। ਸੁਨਤ ਵਿਚਾਰਤ ਬੈਠੇ ਤਹਾਂ। ਭਾਈ ਦਿਆਲੂ, ਭਾਈ ਤੁਲਸੀਆ ਜੀ ਹੋਣੀ ਬੈਠੇ ਗੁਰੂ ਨਾਨਕ ਸਾਹਿਬ ਦੀ ਉਪਮਾ ਦਾ ਕੀਰਤਨ ਸੁਣਦੇ ਤੇ ਸੁਣ ਕੇ ਆਪਣੇ ਮਨ 'ਚ ਵਿਚਾਰ ਕਰਦੇ ਹਨ। ਸਭ ਕੇ ਉਰ ਸੰਸੈ ਹੋਏ ਆਵਾ। ਇਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਸੰਦੇਹ ਉੱਠਿਆ। ਸਾਰਿਆਂ ਦੇ ਮਨਾਂ ਵਿੱਚ ਇਹ ਸੰਸਾ ਉੱਠਿਆ। ਨਰ ਗਨ ਪ੍ਰਥਮ ਝਗਰ ਜਿਮ ਪਾਵਾ। ਜਿਵੇਂ ਪਹਿਲਾਂ ਕਈ ਆਪਸ ਵਿੱਚ ਬੈਠੇ ਝਗੜਾ ਕਰਦੇ ਸਨ। ਹਾਥ ਜੋਰ ਸੋ ਪੂਜਨ ਲਾਗੇ। ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਣ ਲੱਗੇ। ਸਿੱਖ ਬਨਨ ਮੈਂ ਮਨ ਅਨੁਰਾਗੇ। ਇਹਨਾਂ ਦੇ ਮਨ ਵਿੱਚ ਗੁਰੂ ਦਾ ਸਿੱਖ ਬਣਨ ਦਾ ਅਨੁਰਾਗ ਹੈ, ਪ੍ਰੇਮ ਹੈ। ਸੁਨੋ ਗੁਰੂ ਜੀ ਲੋਕ ਅਨੇਕ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੇਕਾਂ ਲੋਕ ਇਹ ਗੱਲ ਆਖਦੇ ਸੁਣੇ ਹਨ। ਮਿਲ ਕਰ ਜਗਰਤ ਹੀਨ ਬਵੇਕ। ਵਿਵੇਕ ਤੋਂ ਹੀਣੇ ਹੋਏ ਆਪਸ ਵਿੱਚ ਝਗੜਾ ਕਰਦੇ ਨੇ। ਕਈ ਆਪਸ ਵਿੱਚ ਝਗੜਦੇ ਹਨ। ਦਿਨ ਮੋ ਬੈਠਤ ਭਇਓ ਸੰਦੇਹੂ। ਉਹਨਾਂ ਵਿੱਚ ਬੈਠ ਕੇ ਸਾਡੇ ਮਨ 'ਚ ਵੀ ਸੰਸਾ ਪੈ ਗਿਆ। ਸਾਡਾ ਹਿਰਦਾ ਵੀ ਸੰਦੇਹਗ੍ਰਸਤ ਹੋ ਗਿਆ। ਤੁਮ ਸਰਬੱਗੈ ਸੋ ਉੱਤਰ ਦੇਹੂ। ਗਰੀਬ ਨਵਾਜ ਤੁਸੀਂ ਬੈਠੇ ਹੋ, ਕਿਰਪਾ ਕਰਕੇ ਸਾਡਾ ਇਹ ਸੰਸਾ ਦੂਰ ਕਰੋ। ਕੇਤਕ ਗੁਰ ਨਾਨਕ ਅਵਤਾਰ। ਕਈ ਤਾਂ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਵਤਾਰ ਹਨ। ਜਨਕ ਆਦਿਕ ਕੇ ਕਰੇ ਉਚਾਰ। ਕਈ ਕਹਿੰਦੇ ਨੇ ਜੀ ਗੁਰੂ ਨਾਨਕ ਸਾਹਿਬ ਰਾਜੇ ਜਨਕ ਦਾ ਅਵਤਾਰ ਸਨ। ਕਈਆਂ ਦੇ ਮਨਾਂ ਦੇ ਵਿੱਚ ਇਹ ਸੰਸਾ ਸੀ। ਉਹ ਝਗੜਾ ਵੀ ਕਰਦੇ ਸਨ ਆਪਸ ਵਿੱਚ। ਉਹ ਕਹਿੰਦੇ ਸਨ ਕਿ ਗੁਰੂ ਨਾਨਕ ਸਾਹਿਬ ਰਾਜੇ ਜਨਕ ਦਾ ਅਵਤਾਰ ਸਨ। ਕੇਤਕ ਕਹੇ ਵਿਸ਼ਨ ਕੋ ਰੂਪ। ਔਰ ਮਹਾਰਾਜ ਵਿੱਚੋਂ ਕਈ ਕਹਿੰਦੇ ਸਨ ਕਿ ਗੁਰੂ ਨਾਨਕ ਸਾਹਿਬ ਵਿਸ਼ਨੂੰ ਦਾ ਅਵਤਾਰ ਸਨ। ਇਹ ਵੀ ਕਈ ਗੱਲ ਕਰਦੇ ਸੁਣੇ ਹਨ। ਘਰ ਘਰ ਕੀ
ਨੇ ਚਲਤ ਅਨੂਪ। ਉਹਨਾਂ ਨੇ ਵਿਸ਼ਨੂੰ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਤੇ ਰੂਪ ਧਾਰਨ ਕਰਕੇ ਅਨੇਕਾਂ ਚਲਤ ਤੇ ਕੌਤਕ ਕੀਤੇ। ਇਤਿਆਦਿਕ ਬੋ ਕਹੇ ਬਨਾਏ। ਮਹਾਰਾਜ ਇਤਿਆਦਿਕ ਕਈ ਗੱਲਾਂ ਲੋਕ ਕਰਦੇ ਨੇ, ਸੁਣਾਉਂਦੇ ਹਨ, ਨਿਰਨੇ ਬਾਤ ਨਹੀਂ ਹਮ ਪਾਏ। ਪਰ ਮਹਾਰਾਜ ਸਾਨੂੰ ਕਿਸੇ ਗੱਲ ਦਾ ਨਿਰਣਾ ਨਹੀਂ ਹੋ ਸਕਿਆ, ਅਸੀਂ ਇਸ ਗੱਲ ਦਾ ਨਿਰਣਾ ਨਹੀਂ ਕਰ ਸਕੇ। ਕਿਰਪਾ ਕਰੋ ਅਬ ਆਪ ਬਤਾਵੋ। ਮਹਾਰਾਜ ਕਿਰਪਾ ਕਰਕੇ ਹੁਣ ਤੁਸੀਂ ਆਪ ਸਾਨੂੰ ਰਹਿਮਤ ਕਰਕੇ ਦੱਸੋ। ਕਹਿ ਅਵਤਾਰ ਭੇਦ ਸਮਝਾਵੋ। ਗੁਰੂ ਨਾਨਕ ਸਾਹਿਬ ਕਿਹਦਾ ਅਵਤਾਰ ਸਨ, ਰਾਜੇ ਜਨਕ ਦਾ ਜਾਂ ਵਿਸ਼ਨੂੰ ਦਾ ਜਾਂ ਕਿਸੇ ਹੋਰ ਦਾ? ਮਹਾਰਾਜ ਉਹ ਕਿਰਪਾ ਕਰਕੇ ਤੁਸੀਂ ਸਾਨੂੰ ਦੱਸੋ। ਸੁਨ ਕਰ ਉਪਜੇ ਸਿਦਕ ਹਮਾਰੇ। ਤੁਸੀਂ ਦੱਸੋਗੇ, ਤੁਹਾਡੇ ਮੂੰਹੋਂ ਸੁਣ ਕੇ ਸਾਡੇ ਮਨ 'ਚ ਭਰੋਸਾ ਉਪਜੇਗਾ। ਜੋ ਤੁਸੀਂ ਕਹੋਗੇ ਉਹਦੇ ਤੇ ਸਾਡੇ ਹਿਰਦੇ 'ਚ ਭਰੋਸਾ ਤੇ ਵਿਸ਼ਵਾਸ ਵੱਜੇਗਾ। ਪਰੇ ਪੰਥ ਸੁਖ ਪ੍ਰਾਪਤ ਸਾਰੇ। ਹੋਰ ਅਸੀਂ ਸੁਖੀ ਹੋ ਜਾਵਾਂਗੇ, ਸੁਖ ਦੇ ਰਾਹ ਤੇ ਚੱਲ ਪਵਾਂਗੇ। ਚਿਰੰਕਾਲ ਕੋ ਏ ਸੰਦੇਹੁ। ਮਹਾਰਾਜ ਇਹ ਸੰਸਾ ਸਾਡੇ ਮਨ 'ਚ ਬੜੇ ਲੰਮੇ ਸਮੇਂ ਦਾ ਪਿਆ ਹੋਇਆ ਹੈ। ਬਹੁਤ ਨਰਨ ਕੈ ਮੇਟੋ ਏਹੂ। ਕਿਰਪਾ ਕਰਕੇ ਸਾਡਾ ਇਹ ਸੰਸਾ ਆਪ ਜੀ ਮਿਟਾ ਦਿਓ, ਦੂਰ ਕਰ ਦਿਓ। ਸ਼੍ਰੀ ਅਰਜਨ ਸੁਨ ਗਿਰਾ ਬਖਾਨੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਸ਼੍ਰੀ ਸਤਿਗੁਰ ਨਾਨਕ ਗੁਣ ਖਾਨੀ। ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਸਿੱਖੋ, ਗੁਰੂ ਨਾਨਕ ਸਾਹਿਬ ਜੀ ਗੁਣਾਂ ਦੀ ਖਾਨ ਹਨ। ਉਹ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਹਨ। ਨੇਤ ਨੇਤ ਜਿਸ ਕੋ ਕਹਿ ਵੇਦ। ਵੇਦਾਂ ਵਿੱਚ ਵੀ ਜਿਨ੍ਹਾਂ ਦੇ ਸੰਬੰਧ ਵਿੱਚ ਕਿਹਾ ਗਿਆ ਨੇਤ ਨੇਤ। ਨੇਤ ਦਾ ਮਤਲਬ ਹੁੰਦਾ ਨਾ ਇਹਦੀ ਨਾ ਇਹਦੀ, ਇੱਥੇ ਬਸ ਨਹੀਂ, ਇੱਥੇ ਐਂਡ ਨਹੀਂ, ਇੱਥੇ ਅੰਤ ਨਹੀਂ, ਹਾਲੇ ਹੋਰ ਪਰੇ ਹੈ। ਵੇਦਾਂ ਵਿੱਚ ਜਿਨ੍ਹਾਂ ਦੇ ਸੰਬੰਧ ਵਿੱਚ ਨੇਤ ਨੇਤ ਕਿਹਾ ਗਿਆ ਹੈ। ਸਭ ਥਕ ਰਹੇ ਨਾ ਪਾਇਓ ਭੇਦ। ਸਾਰੇ ਥੱਕ ਗਏ ਵੇਦ ਕਤੇਬ, ਪਰ ਉਹ ਗੁਰੂ ਨਾਨਕ ਸਾਹਿਬ ਦਾ ਭੇਦ ਨਹੀਂ ਪਾ ਸਕੇ। ਬ੍ਰਹਮਾ ਸ਼ਿਵ ਸਨਕਾਦਿਕ ਸਾਰੇ। ਬ੍ਰਹਮਾ ਸ਼ਿਵ ਜੀ ਵਿਸ਼ਨੂੰ ਸਨਕ ਸਨਾਤਨ ਸਾਰੇ ਜਿੰਨੇ ਦੇਵਤੇ ਦੇਵੀਆਂ ਹਨ, ਬੁੱਧ ਕਰ ਬਲ ਕਰ ਖੋਜਤ ਹਾਰੇ। ਉਹ ਵੀ ਆਪਣੀ ਬੁੱਧੀ ਦਾ ਬਲ ਲਾ ਕੇ ਖੋਜ ਕੇ ਹਾਰ ਗਏ, ਥੱਕ ਗਏ। ਨਾਮ ਸਹੰਸਰ ਸ਼ੇਸ਼ ਨਿਤ ਕਹੇ। ਸ਼ੇਸ਼ ਨਾਗ ਵੀ ਹਜ਼ਾਰਾਂ ਨਾਂ ਜਿਨ੍ਹਾਂ ਦੇ ਲੈਂਦਾ ਹੈ, ਹਜ਼ਾਰਾਂ ਨਾਂ ਜਿਨ੍ਹਾਂ ਦੀ ਆਪਣੀ ਰਸਨਾ ਤੋਂ ਉਚਾਰਨ ਕਰਦਾ ਹੈ। ਜਿਸ ਕੋ ਗੁਣ ਕੇ ਅੰਤ ਨ ਲਹੇ। ਜਿਨ੍ਹਾਂ ਦੇ ਗੁਣਾਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ, ਅੰਤ ਹੀ ਨਹੀਂ ਕਿਹਾ ਜਾ ਸਕਦਾ। ਪਾਪਨ ਭਾਰ ਅਧੀਰਜ ਧਰਨੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਔਰ ਕਹਿੰਦੇ ਜਦੋਂ ਇਹ ਧਰਤੀ ਪਾਪਾਂ ਦੇ ਭਾਰਾਂ ਕਰਕੇ ਭਾਰਾਕ੍ਰਿਤ ਹੋ ਗਈ, ਪਾਪੀਆਂ ਦਾ ਭਾਰ ਇਸ ਧਰਤੀ ਕੋਲੋਂ ਚੁੱਕਣਾ ਔਖਾ ਹੋ ਗਿਆ। ਬਹੁ ਗਿਣਤੀ ਬਿਨਤੀ ਕਰ ਕਰਨੀ। ਫਿਰ ਧਰਤੀ ਨੇ ਅਰਦਾਸ ਕੀਤੀ ਅਕਾਲ ਪੁਰਖ ਦੇ ਚਰਨਾਂ 'ਚ। ਕਲ ਮਲ ਹੋਈ ਬੇਦਨੀ, ਅਰਦਾਸ ਕਰੈ ਲਿਵ ਲਾਏ। ਕਹਿੰਦੇ ਧਰਤੀ ਨੇ ਫਿਰ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ। ਯੋਗ ਜਗ ਤਪ ਸ਼ਕਤ ਨ ਰਹੀ। ਜਦੋਂ ਧਰਤੀ ਤੇ ਨਾ ਯੋਗ ਰਿਹਾ, ਨਾ ਜਪ ਰਿਹਾ, ਨਾ ਤਪ ਰਿਹਾ, ਯੋਗ ਜਗ ਤਪ ਦੀ ਸ਼ਕਤੀ ਨਹੀਂ ਰਹੀ। ਸ਼ੁਭ ਕਰਮਨ ਬਿਨ ਨਰ ਗਤ ਲਹੀ। ਔਰ ਸ਼ੁਭ ਕਰਮਾਂ ਤੋਂ ਵਿਹੋਣੇ ਜੀਵ ਮੁਕਤੀ ਪ੍ਰਾਪਤ ਨਹੀਂ ਸਨ ਕਰ ਰਹੇ। ਮੋਹ ਅਲੰਬ ਅਬ ਦੀਜੈ ਕੋਈ। ਧਰਤੀ ਨੇ ਅਰਦਾਸ ਕੀਤੀ, ਹੈ ਅਕਾਲ ਪੁਰਖ ਇੱਕ ਚਰਨ ਪਰ ਟਿਕਾ ਨਾ ਜਾਈ। ਮੇਰੇ ਕੋਲੋਂ ਹੁਣ ਇੱਕ ਪੈਰ ਤੇ ਟਿਕ ਨਹੀਂ ਹੁੰਦਾ, ਪਾਪੀਆਂ ਦਾ ਭਾਰ ਮੇਰੇ ਕੋਲੋਂ ਚੁੱਕ ਨਹੀਂ ਹੁੰਦਾ। ਧਰਤੀ ਜਦੋਂ ਗਰਕ ਹੋਣ ਦੇ ਕਿਨਾਰੇ ਪਹੁੰਚ ਗਈ, ਇਹਨੇ ਅਰਦਾਸਾਂ ਕੀਤੀਆਂ ਪ੍ਰਮਾਤਮਾ ਦੇ ਚਰਨਾਂ ਵਿੱਚ, ਅਰਜ਼ੋਈਆਂ ਕੀਤੀਆਂ। ਜਿਸ ਤੇ ਥਿਰੋ ਧੀਰ ਉਰ ਹੋਈ।
ਮਹਾਰਾਜ ਮੇਰਾ ਕੋਈ ਸਹਾਰਾ ਬਣੋ, ਮੈਨੂੰ ਕੋਈ ਆਸਰਾ ਦਿਓ ਜਿਹਦੇ ਨਾਲ ਮੈਂ ਟਿਕ ਸਕਾਂ। ਪਾਰ ਬ੍ਰਹਮ ਅਚਰਜ ਜਿਸ ਚਿਰਤਾ, ਪਾਰ ਬ੍ਰਹਮ ਪਰਮੇਸ਼ਰ ਜਿਸ ਦੇ ਚਰਿੱਤਰ ਅਚਰਜ ਨੇ, ਵਿਸਮਾਦਮਈ ਹਨ। ਸਭ ਜਗ ਕਰਤਾ ਭਰਤਾ ਹਰਤਾ, ਜੋ ਸਾਰੇ ਜਗਤ ਦਾ ਭਰਤਾ ਹੈ, ਬਣਾਉਣ ਵਾਲਾ ਹੈ ਤੇ ਫਿਰ ਸਾਰੇ ਜਗਤ ਨੂੰ ਖਤਮ ਕਰਨ ਵਾਲਾ ਹੈ। ਧਰਿਓ ਆਨ ਸ਼੍ਰੀ ਨਾਨਕ ਰੂਪ, ਗੁਰ ਸਿੱਖੀ ਉਪਜਾਏ ਅਨੂਪ। ਉਸ ਵਕਤ ਜਦੋਂ ਧਰਤੀ ਨੇ ਫਰਿਆਦ ਕੀਤੀ ਤੇ ਅਕਾਲ ਪੁਰਖ ਜੀ ਫਿਰ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਸਮਾਤ ਲੋਕ ਦੀ ਧਰਤੀ ਤੇ ਆਏ। ਭਾਈ ਗੁਰਦਾਸ ਜੀ ਲਿਖਦੇ, ਗੁਰੂ ਨਾਨਕ ਜਗ ਮਾਹੇ ਪਠਾਇਆ। ਫਿਰ ਅਕਾਲ ਪੁਰਖ ਜੀ ਗੁਰੂ ਨਾਨਕ ਸਾਹਿਬ ਨੂੰ ਭੇਜਿਆ। ਗੁਰੂ ਨਾਨਕ ਸਾਹਿਬ ਨਾ ਜਨਕ ਦਾ ਅਵਤਾਰ ਨੇ, ਗੁਰੂ ਨਾਨਕ ਸਾਹਿਬ ਨਾ ਵਿਸ਼ਨੂੰ ਦਾ ਅਵਤਾਰ ਨੇ, ਨਾ ਕਿਸੇ ਹੋਰ ਦੇਵਤੇ ਦਾ। ਗੁਰੂ ਨਾਨਕ ਸਾਹਿਬ ਖੁਦ ਅਕਾਲ ਪੁਰਖ ਦਾ ਅਵਤਾਰ ਨੇ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰੇ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚ ਬਚਨ ਲਿਖੇ ਕਿ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਅਵਤਾਰ ਲਿਓ ਸਭ ਬੰਸ ਪ੍ਰਧਾਨਾ। ਕਲਗੀਧਰ ਜੀ ਲਿਖਦੇ ਕਿ ਗੁਰੂ ਨਾਨਕ ਸਾਹਿਬ ਨੇ ਆਪ ਪਰਮੇਸ਼ਵਰ ਨੇ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਅਵਤਾਰ ਧਾਰਨ ਕੀਤਾ। ਉਹ ਆਪ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਨੇ। ਗੁਰੂ ਨਾਨਕ ਦੇ ਪਾਰ ਬ੍ਰਹਮ ਪਰਮੇਸ਼ਰ ਵਿੱਚ ਭੇਦ ਨਹੀਂ ਸਮਝਣਾ ਸਿੱਖ ਨੇ, ਗੁਰੂ ਨਾਨਕ ਦਾ ਸਰੂਪ ਕਰਕੇ ਹੀ ਜਾਣਨਾ। ਗੁਰੂ ਨਾਨਕ ਦਾ ਰੂਪ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ। ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿ। ਆਪ ਪਰਮੇਸ਼ਰ ਦਾ ਰੂਪ ਹਨ। ਗੁਰ ਸਿੱਖੀ ਉਪਜਾਏ ਅਨੂਪ। ਔਰ ਗੁਰੂ ਕੀ ਸਿੱਖੀ ਸੰਸਾਰ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤੀ। ਸ਼ਕਤ ਬਹੀਨ ਏਰ ਨਰ ਸਾਰੇ, ਸ਼ਕਤੀ ਤੋਂ ਵਿਹੂਣੇ ਨਰ ਮਹਾਰਾਜ ਜੀ ਨੇ ਜਦੋਂ ਜਗਤ ਵਿੱਚ ਵੇਖੇ, ਜੋਗ ਨਾ ਜਗ ਨਾ ਤਪ ਕੁਛ ਧਾਰੇ। ਨਾ ਯੋਗ ਵੇਖਿਆ, ਨਾ ਜਗ, ਨਾ ਤਪ ਵੇਖਿਆ। ਜਾਂ ਤੇ ਗੁਰ ਸਿੱਖੀ ਕੀ ਰੀਤ। ਔਰ ਮਹਾਰਾਜ ਜੀ ਨੇ ਜਿਹੜੀ ਗੁਰਸਿੱਖੀ ਦੀ ਰੀਤ ਹੈ ਉਹਨੂੰ ਜਗਤ ਵਿੱਚ ਪ੍ਰਗਟ ਕੀਤਾ। ਜਗ ਬਿਸਤਰੀ ਵਦਤ ਬਡ ਨੀਤ। ਸਾਰੇ ਜਗਤ ਵਿੱਚ ਗੁਰਸਿੱਖੀ ਦੀ ਮਰਿਆਦਾ ਮਹਾਰਾਜ ਜੀ ਨੇ ਪ੍ਰਗਟ ਕੀਤੀ। ਸਤ ਨਾਮ ਕੋ ਜਾਪ ਬਤਾਇਓ। ਸੱਚੇ ਨਾਮ ਦਾ ਜਾਪ ਮਹਾਰਾਜ ਜੀ ਨੇ ਸੰਸਾਰ ਦੇ ਜੀਵਾਂ ਨੂੰ ਜਪਾਇਆ। ਦਾਨ ਇਸ਼ਨਾਨ ਭਾਉ ਚਿਤ ਲਾਇਓ। ਦਾਨ ਇਸ਼ਨਾਨ ਭਾਉ ਵਿੱਚ ਜੀਵਾਂ ਨੂੰ ਪ੍ਰੇਰਿਤ ਕਰਕੇ ਲਾਇਆ। ਚਾਰੋਂ ਵੇਦਨ ਕੋ ਤਤ ਲੀਨ। ਔਰ ਸਾਰੇ ਸੰਸਾਰ ਦਾ ਜੋ ਤਤ ਹੈ, ਤਤ ਸਰੂਪ ਜੋ ਬਚਨ ਹਨ, ਦੇਸ਼ਨ ਪਾਖਾ ਮੈਂ ਕਹਿ ਦੀਨ। ਉਹ ਮਹਾਰਾਜ ਜੀ ਨੇ ਆਪਣੀ ਗੁਰਬਾਣੀ ਦੁਆਰਾ ਸੰਸਾਰ ਦੇ ਵਿੱਚ ਉਜਾਗਰ ਕੀਤਾ। ਸੰਸਕ੍ਰਿਤ ਮੈਂ ਦੁਰਲਭ ਜੋਏ। ਜਿਹੜਾ ਗਿਆਨ ਸੰਸਕ੍ਰਿਤ ਵਿੱਚ ਪਹਿਲਾਂ ਲਿਖਿਆ ਹੋਇਆ ਬੜਾ ਦੁਰਲਭ ਸੀ ਲੋਕਾਂ ਤੱਕ ਪਹੁੰਚਣਾ। ਲੱਖੋਂ ਮੈਂ ਪ੍ਰਾਪਤ ਹੋਏ ਕੋਏ। ਉਹ ਲੱਖਾਂ ਵਿੱਚ ਕਿਸੇ ਇਕੱਲੇ ਨੂੰ ਮਿਲਦਾ ਸੀ, ਸੰਸਕ੍ਰਿਤ ਹਰ ਇੱਕ ਨੂੰ ਨਹੀਂ ਸੀ ਆਉਂਦੀ। ਸੋ ਤਤ ਗੁਰ ਸਿੱਖਨ ਮੈਂ ਐਸੇ। ਗੁਰਦੇਵ ਨੇ ਉਹੀ ਗਿਆਨ ਗੁਰਬਾਣੀ ਦੁਆਰਾ ਉਜਾਗਰ ਕਰਕੇ ਹਰ ਇੱਕ ਜੀਵ ਤੱਕ, ਹਰ ਇੱਕ ਸਿੱਖ ਤੱਕ ਪਹੁੰਚਦਾ ਕੀਤਾ। ਧਰਿਓ ਬਦਰ ਕਿਨ ਕਰ ਪਰ ਜੈਸੇ। ਜਿਵੇਂ ਕਿਸੇ ਨੇ ਹੱਥ ਦੀ ਤਲੀ ਤੇ ਬੇਰ ਰੱਖਿਆ ਹੋਵੇ ਤੇ ਸਾਹਮਣੇ ਦਿਸਦਾ ਨਾ, ਏਦਾਂ ਗੁਰਸਿੱਖਾਂ ਦੇ ਸਾਹਮਣੇ ਗਿਆਨ ਉਜਾਗਰ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। ਸਿਮਰਤ ਨਾਮ ਭਗਤ ਕੋ ਕਰਤੇ। ਔਰ
ਨਾਮ ਸਿਮਰਨ ਕਰਕੇ ਪਰਮੇਸ਼ਰ ਦੀ ਭਗਤੀ ਕਰਦੇ ਸਨ ਸਿੱਖ। ਸਨੇ ਸਨੇ ਬ੍ਰਹਮ ਰੂਪ ਵਿਚਰਤੇ, ਸਨੇ ਸਨੇ ਸਹਿਜੇ ਸਹਿਜੇ ਬ੍ਰਹਮ ਰੂਪ ਨੂੰ ਵਿਚਾਰਦੇ ਹਨ। ਔਰ ਮੈਂ ਵਿਦਤ ਸੋ ਤਤ ਹੋਏ ਆਵਤ, ਔਰ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਗਿਆਨ ਤੇ ਤਤ ਉਪਜਾਉਂਦਾ ਹੈ। ਜਿਸ ਕੇ ਲਖੇ ਨ ਪੁਨ ਦੁਖ ਪਾਵਤ, ਜਿਸ ਨੂੰ ਜਾਣੇ ਤੋਂ ਬਾਅਦ ਫਿਰ ਕੋਈ ਦੁੱਖ ਨਹੀਂ ਵਿਆਪਦਾ। ਵੇਦ ਸਾਰ ਕੀ ਭਾਖਾ ਕੀਨ, ਜਿੰਨੇ ਗਿਆਨਮਈ ਬਚਨ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਸਰਲ ਸ਼ਬਦਾਂ ਵਿੱਚ ਗੁਰਬਾਣੀ ਦੁਆਰਾ ਉਜਾਗਰ ਕੀਤਾ। ਗੁਰੂ ਕਿਰਪਾਲ ਕਿਰਪਾ ਰਸ ਪੀਨ, ਕਿਰਪਾਲੂ ਸਤਿਗੁਰੂ ਜੀ ਕਿਰਪਾ ਦੇ ਰਸ ਵਿੱਚ ਭਿੱਜੇ ਹਨ। ਤੁਮ ਵੀ ਕਰੋ ਵਿਚਾਰਨ ਬਾਨੀ, ਮਹਾਰਾਜ ਜੀ ਕਹਿੰਦੇ ਸਿੱਖੋ ਤੁਸੀਂ ਵੀ ਗੁਰਬਾਣੀ ਦੀ ਵਿਚਾਰ ਕਰੋ। ਹਿਰਦਾ ਟਿਕਾਵੋ ਦੁਬਿਧਾ ਹਾਨੀ, ਔਰ ਆਪਣਾ ਹਿਰਦਾ ਗੁਰਬਾਣੀ ਚ ਟਿਕਾ ਕੇ ਦੁਬਿਧਾ ਨੂੰ ਦੂਰ ਕਰੋ। ਸਿਦਕ ਤਰੋ ਸਿੱਖੀ ਨਿਰਵਾਹੋ, ਸਿਦਕ ਧਾਰਨ ਕਰੋ ਤੇ ਸਿੱਖੀ ਦਾ ਨਿਰਵਾਹਨ ਕਰੋ। ਨੈ ਦੁਖ ਤੇ ਜਮ ਕੇ ਸੰਗ ਜਾਵੋ, ਫਿਰ ਤੁਸੀਂ ਦੁਖੀ ਨਹੀਂ ਹੋਵੋਗੇ ਨਾ ਹੀ ਜਮਾਂ ਦੇ ਸਾਥ ਜਾਓਗੇ। ਸ਼੍ਰੀ ਅਰਜਨ ਤੇ ਸੁਨ ਹੁਲ ਸਾਏ, ਸਤਿਗੁਰਾਂ ਦੇ ਬਚਨ ਗੁਰੂ ਅਰਜਨ ਦੇਵ ਸਾਹਿਬ ਦੇ ਸਿੱਖਾਂ ਨੇ ਭਾਈ ਤੁਲਸੀਆ ਭਾਈ ਨਿਹਾਲੂ ਜੀ ਦੇ ਸੁਣੇ। ਭਏ ਸਿੱਖ ਸੰਦੇਹ ਮਿਟਾਏ, ਔਰ ਸਿੱਖਾਂ ਦੇ ਹਿਰਦਿਆਂ ਚੋਂ ਸੰਦੇਹ ਮਿਟ ਗਿਆ, ਦੂਰ ਹੋ ਗਿਆ। ਗੁਰਬਾਣੀ ਕੋ ਲਗੇ ਵਿਚਾਰਨ, ਗੁਰਬਾਣੀ ਦੀ ਵਿਚਾਰ ਗੁਰਸਿੱਖ ਕਰਨ ਲੱਗੇ ਹਨ। ਭਗਤ ਗਿਆਨ ਕੀ ਜੋ ਵੱਡ ਕਾਰਨ, ਜਿਹੜੀ ਬਾਣੀ ਭਗਤੀ ਤੇ ਗਿਆਨ ਦਾ ਕਾਰਨ ਹੈ। ਇਸ ਵਿਦ ਭਇਓ ਤਿਨੋ ਕਲਿਆਣ, ਗੁਰ ਕੋ ਸੇਵਤ ਰਹੇ ਮਹਾਨ। ਇਸ ਪ੍ਰਕਾਰ ਨਾਲ ਇਹਨਾਂ ਸਿੱਖਾਂ ਦੀ ਕਲਿਆਣ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਕਰਕੇ ਮੋਕਸ਼ ਦੇ ਮੁਕਤੀ ਦੇ ਅਧਿਕਾਰੀ ਬਣੇ।